ਕਮੈਂਟਰੀਆਂ ਲਿਖੀਆਂ ਗਈਆਂ, ਉਹਨਾਂ 'ਚ ਵੀ ਇਹ ਸਾਰੀ ਤਫਸੀਲ ਮੌਜੂਦ ਹੈ। ਕਿਉਂਕਿ ਯਸੂ ਲਾਹਨਤੀ ਇਹਦੇ ਬੁਨਿਆਦੀ ਅਕੀਦੇ ਕੁਫਾਰੇ ਦਾ ਹੈ ਹੀ ਇਹ ਵੇ। ਇਹ ਜਿਹੜੇ ਨਵੇਂ ਈਸਾਈ ਚਲੇ ਨੇ ਇਹ ਜਿਹੜੇ ਨੇ ਜੋਜ਼ਫ ਵਰਗੇ, ਇਹਨਾਂ ਨੇ ਹੁਣ ਚੂੰਕਿ ਪੁਰਾਣੇ ਅਹਿਦਨਾਮੇ ਨੂੰ ਮੰਨਣਾ ਹੈ ਤੇ ਈਸਾਈਆਂ ਨੂੰ ਤੇ ਇਹ ਗੁੰਮਰਾਹ ਸਮਝਦੇ ਨੇ। ਇਹ ਜਿਹੜੇ ਦੂਸਰੇ ਨਾਰਮਲ ਈਸਾਈ ਨੇ, ਪ੍ਰੋਟੈਸਟੈਂਟ, ਰੋਮਨ ਕੈਥੋਲਿਕ, ਇਹਨੂੰ ਤੇ ਇਹ ਜਿਹੜੇ ਨੇ ਜੂਇਸ਼ ਕ੍ਰਿਸਚਨ ਜਿਹੜੇ ਨੇ, ਇਹ ਮਸੀਆਨਿਕ ਜਿਊ, ਇਹ ਤੇ ਇਹਨਾਂ ਨੂੰ ਗੁੰਮਰਾਹ ਸਮਝਦੇ ਨੇ ਕਿ ਇਹਨਾਂ ਨੇ ਪੁਰਾਣੇ ਅਹਿਦਨਾਮੇ ਨੂੰ ਛੱਡ ਦਿੱਤਾ, ਸ਼ਰੀਅਤ ਨੂੰ ਛੱਡ ਦਿੱਤਾ। ਤਦ ਹੀ ਇਹ ਸ਼ਰੀਅਤ ਨੂੰ ਲਾਹਨਤ ਕਹਿਣ ਦੀ ਵਜ੍ਹਾ ਤੋਂ ਉਹਦੀਆਂ ਤਵੀਲਾਂ ਕਰਦੇ ਫਿਰਦੇ ਨੇ, ਰੰਗਬਾਜ਼ੀਆਂ ਅੱਗੋਂ ਸਾਡੇ ਨਾਲ ਕਰਦੇ ਨੇ। ਆ ਲਿਖਿਆ ਡਿਓਟਰੋਨੋਮੀ 21:23 ਯੂ ਮਸਟ ਨਾਟ ਲੀਵ ਦੀ ਬਾਡੀ ਔਨ ਦੀ ਟਰੀ ਓਵਰਨਾਈਟ ਬਟ ਯੂ ਮਸਟ ਬੀ ਸ਼ੋਰ ਟੂ ਬਰੀ ਹਿਮ that day because anyone who is hung on a tree is under God's curse। ਇਹ ਤੁਹਾਡੀ ਬਾਈਬਲ ਦੇ ਵਿੱਚ ਲਿਖਿਆ ਹੈ। ਇਹ ਲੋਕੀ ਥੋੜਾ ਉਹਨੂੰ ਕਹਿੰਦੇ ਜਾਂਦੇ ਹਨ ਤੇ ਉਹ ਲਾਹਨਤੀ ਹੈ ਨਹੀਂ ਸੀ, ਐਵੇਂ ਕਹੀ ਜਾਂਦੇ ਹਨ। ਉਹ ਲਾਹਨਤੀ ਤਾਂ ਕਹਿ ਨਹੀਂ ਹੰਡੇ, ਉਹ ਤੇ ਉਹਨੂੰ ਬੁਰਾ ਭਲਾ ਪਾ ਕਹਿੰਦੇ ਹਨ। ਬੁਰਾ ਭਲਾ ਕੁਝ ਵੀ ਹੋ ਸਕਦਾ, ਉਹਦਾ ਲਾਹਨਤੀ ਹੋਣਾ ਉਹਦੇ 'ਚ ਤਾਂ ਜ਼ਰੂਰੀ ਤੇ ਨਹੀਂ। ਨਾਲੇ ਉੱਥੇ ਪੌਲੁਸ ਇਹ ਥੋੜਾ ਕਹਿਣ ਡਿਆ ਕਿ ਲੋਕੀ ਉਹਨੂੰ ਲਾਹਨਤੀ ਕਹਿੰਦੇ ਹਨ ਪਰ ਉਹ ਹੈ ਨਹੀਂ ਸੀ ਲਾਹਨਤੀ। ਪੌਲੁਸ ਤੋਂ ਕਹਿਣ ਡਿਆ ਉਹ ਲਾਹਨਤੀ ਬਣ ਗਿਆ ਸਾਡੇ ਵਾਸਤੇ, ਕਿਉਂਕਿ ਲਿਖਿਆ ਹੈ ਜਿਹੜਾ ਟਰੀ ਤੇ ਲਟਕਾਇਆ ਜਾਏ, ਜਿਹੜਾ ਪੋਲ ਤੇ ਲੱਕੜੀ ਤੇ ਲਟਕਾਇਆ ਜਾਏ, ਉਹ ਲਾਹਨਤੀ। ਕਿੱਥੇ ਲਿਖਿਆ? ਡਿਊਟਰੋਨੋਮੀ 21:23 ਚ ਲਿਖਿਆ ਹੈ ਕਿ ਯੂ ਮਸਟ ਨਾਟ ਲੀਵ ਦੀ ਬਾਡੀ ਔਨ ਦੀ ਟਰੀ ਓਵਰਨਾਈਟ। ਤੁਸੀਂ ਜਿਹੜੇ ਜਿਸਮ ਹੈ ਉਹਨੂੰ ਦਰਖਤ ਦੇ ਉੱਤੇ ਲਟਕਿਆ ਨਾ ਛੱਡਿਆ ਜੇ, ਬਟ ਯੂ ਮਸਟ ਬੀ ਸ਼ੋਰ ਟੂ ਬਰੀ ਹਿਮ ਦੈਟ ਡੇ। ਲਾਜ਼ਮੀ ਉਹਨੂੰ ਉਸੇ ਦਿਨ ਦਫਨਾ ਦਿਆ ਜੇ, ਬਿਕੋਜ਼ ਕਿਉਂਕਿ ਐਨੀਵਨ ਕੋਈ ਵੀ ਹੂ ਇਜ਼ ਹੰਗ ਔਨ ਅ ਟਰੀ, ਜਿਹਨੂੰ ਲੱਕੜੀ ਤੇ ਲਟਕਾਇਆ ਜਾਏ, ਇਜ਼ ਅੰਡਰ ਗੋਡਸ ਕਰਸ, ਉਹ ਖੁਦਾ ਦੀ ਨਜ਼ਰ 'ਚ ਲਾਹਨਤੀ ਹੋ ਜਾਂਦਾ। ਉਹਨੂੰ ਲੋਕ ਸਿਰਫ ਲਾਹਨਤੀ ਨਹੀਂ ਸਨ ਕਹਿੰਦੇ, ਉਹ ਲਾਹਨਤੀ ਬਣ ਗਿਆ ਸੀ। ਤੁਹਾਡਾ ਕਿੱਦਾਂ ਹੈ? ਜੇ ਮਸੀਆਨਿਕ ਜੀਓ ਨੂੰ ਨਹੀਂ ਮੰਨਦੇ ਤੇ ਨਾ ਮੰਨਣ, ਸਾਨੂੰ ਉਹਨਾਂ ਨਾਲ ਕੀ ਗਰਜ਼ ਹੈ? ਜਿਹੜੇ ਮੰਨਦੇ ਨੇ ਅਸੀਂ ਉਹਨਾਂ ਨੂੰ ਦੱਸਨੇ ਆ, ਜਿਹੜਾ ਨਹੀਂ ਮੰਨਦਾ ਨਾ ਮੰਨੇ। ਅਸੀਂ ਕੋਈ ਧੱਕੇ ਨਾਲ ਥੋੜਾ ਕੋਈ ਗਨ ਪੁਆਇੰਟ ਤੇ ਮਨਾਣਾ ਤੁਹਾਨੂੰ, ਨਾ ਮੰਨੋ। ਲੇਕਿਨ ਲਿਖਿਆ ਹੈ ਜੀ ਜੋ ਅਸੀਂ ਦੱਸਣ। ਤੁਸੀਂ ਨਵਾਂ ਤਰਜਮਾ ਕਰ ਲਓ, ਉਹਦੇ 'ਚ ਕਹਿ ਰਹੇ ਹੋ ਲੋਕੀ ਉਹਨੂੰ ਲਾਹਨਤੀ ਕਹਿੰਦੇ ਸਨ ਤੇ ਹੈ ਨਹੀਂ ਸੀ, ਜਾਂ ਲਿਖ ਦਿਓ ਕਿ ਪੌਲੁਸ ਝੂਠ ਬੋਲਦਾ ਕਿ ਉਹ ਲਾਹਨਤੀ ਹੋ ਗਿਆ। You must not defile the land that the Lord your God is giving you as an inheritance। ਤੁਸੀਂ ਉਸ ਜ਼ਮੀਨ ਨੂੰ ਪਲੀਦ ਨਾ ਕਰਿਆ ਜੇ ਉਹਦੇ ਨਾਲ, ਕਿਉਂਕਿ ਖੁਦਾ ਦੀ ਨਜ਼ਰ 'ਚ ਲਾਹਨਤੀ ਹੈ। ਉਹਨੂੰ ਪਰਾਂ ਦਫਨਾਇਆ ਜੇ ਜਾ ਕੇ ਕਿਧਰੇ। ਜ਼ਮੀਨ ਨੂੰ ਜਿਹੜਾ ਨਾ ਪਲੀਦ ਨਾ ਕਰ ਦਿਆ ਜੇ, ਉਹਦੀ ਬਾਡੀ ਨੂੰ ਜਲਦੀ ਨਾ ਦਫਨਾ ਕੇ। ਇਹ ਤੁਹਾਡੀ ਬਾਈਬਲ 'ਚ ਲਿਖਿਆ। ਇਹ ਰੈਫਰੈਂਸ ਵੀ ਤੁਹਾਡੇ ਵਾਲਦੈਨ ਨੇ ਲਿਖੇ ਨੇ, ਅਸੀਂ ਨਹੀਂ ਲਿਖੇ। ਵੈਬਸਾਈਟ ਹੀ ਬਾਈਬਲ ਹੱਬ ਸਾਈਆਂ ਨੇ ਬਣਾਈ ਹੈ, ਉਹਨਾਂ ਨੇ ਕ੍ਰਾਸ ਰੈਫਰੈਂਸ ਲਿਖਿਆ ਵਿੱਚ। ਨਹੀਂ ਤੇ ਤੂੰ ਦੱਸ, ਤੈਨੂੰ ਬੜੀ ਆਈ ਸੀ ਮੁਸ਼ਕਲ, ਤੂੰ ਦੱਸ ਕਿਉਂ ਕਹਿੰਦਾ ਪੌਲੁਸ? ਉਹਦਾ ਜਵਾਬ ਹੀ ਨਹੀਂ ਤੂੰ ਦਿੰਦਾ ਪਿਆ। ਅੱਗੋਂ ਲੰਮੀ ਕਹਾਣੀ ਸੁਣਾ ਕੇ ਸਾਨੂੰ ਜੀ ਤੁਸੀਂ ਉਹਨੂੰ ਯਿਸੂ ਨੂੰ ਖੁਦਾ ਦਾ ਬੇਟਾ ਮੰਨ ਲਓ। ਤੂੰ ਪਹਿਲਾਂ ਮੈਨੂੰ ਮੰਨ ਲੈਣਾ ਖੁਦਾ ਦਾ ਬੇਟਾ ਤੇ ਮੈਂ ਯਿਸੂ ਨੂੰ ਮੰਨ ਲਾਂਗਾ। ਕਿ ਭਈ ਯਿਸੂ ਦੀਆਂ ਕਹਾਣੀਆਂ ਕੁਣੀਆਂ ਸੁਣਾ ਕੇ ਸਾਨੂੰ, ਤੇ ਇਹਦਾ ਜਵਾਬ ਕਿਹਨੇ ਦੇਣਾ ਸੀ? ਕਿ ਜਨਾਬ ਜੀ ਪੌਲੁਸ ਕਦ ਲਈ ਕਹਿਣ ਡਿਆ ਕਿ ਲਿਖਾ ਹੈ ਕਿ ਜੋ ਦਰਖਤ ਪਰ ਲਟਕਾਇਆ ਗਿਆ ਉਹ ਲਾਹਨਤੀ। ਇਹ ਕਿਉਂ ਉਹਨੇ ਕਿਹਾ ਹੈ? ਇਹ ਉਹਨੇ ਦਲੀਲ ਦਿੱਤੀ ਹੈ ਕਿ ਇਸ ਵਜ੍ਹਾ ਤੋਂ ਯਿਸੂ ਲਾਹਨਤੀ ਬਣਿਆ। ਇਸ ਵਜ੍ਹਾ ਤੋਂ ਨਹੀਂ ਬੰਦਿਆ ਕਿ ਲੋਕੀ ਲੰਘਦੇ ਜਾਂਦੇ ਉਹਨੂੰ ਲਾਹਨਤੀ ਕਹੀ ਜਾਂਦੇ ਹਨ। ਭਈ ਇਹ ਉਹਨੇ ਰੈਫਰੈਂਸ ਦਿੱਤਾ ਕਿਧਰੇ। ਮਤੀ ਜਿਹੜੀ ਹੈ ਉਹ ਮਤੀ ਨੇ ਲਿਖੀ ਹੈ, ਪਤਾ ਹੀ ਨਹੀਂ ਉਹ ਤੁਹਾਨੂੰ ਕਿੰਨੇ ਲਿਖੀ ਕਿੰਨੇ ਨੇ ਲਿਖੀ, ਮੂੰਹ ਚੁੱਕ ਕੇ ਆ ਜਾਂਦੇ ਉੱਤੇ। ਮਤੀ ਦਾ ਪੌਲੁਸ ਨਾਲ ਕੀ ਲੈਣਾ ਦੇਣਾ? ਇਹ ਤਾਂ ਦੋਵੇਂ ਦੁਸ਼ਮਣ ਸਨ ਇੱਕ ਦੂਸਰੇ ਦੇ। ਠੀਕ ਹੋ ਗਿਆ। ਮਤੀ ਜਿਹੜੀ ਹੈ ਉਹ ਤੇ ਮਤੀ ਲਿਖਦਾ ਹੀ ਪੌਲੁਸ ਦੇ ਖਿਲਾਫ ਹੈ ਸਾਰਾ ਕੁਝ ਪਿਆ। ਪੌਲੁਸ ਨੇ ਤੇ ਸਤਿਆਨਾਸ਼ ਕਰਕੇ ਰੱਖ ਦਿੱਤਾ ਤੁਹਾਡੀ ਕ੍ਰਿਸਚੀਅਨਿਟੀ ਦਾ। ਮਤੀ ਹੈ ਹੀ ਪੌਲੁਸ ਦੇ ਖਿਲਾਫ ਹੈ ਸਾਰੀ ਲਿਖੀ। ਮਤੀ ਚੋਂ ਕਹਿੰਦਾ ਕਿ ਮੈਂ ਸ਼ਰੀਅਤ ਨੂੰ ਖਤਮ ਨਹੀਂ ਕਰਨ ਆਇਆ, ਮੈਂ ਉਹਨੂੰ ਪੂਰਾ ਕਰਨ ਆਇਆ। ਤੇ ਪੌਲੁਸ ਕਹਿੰਦਾ ਸ਼ਰੀਅਤ ਦੀ ਲਾਹਨਤ ਹੈ, ਉਹਦੇ ਤੋਂ ਸਾਨੂੰ ਯਿਸੂ ਨੇ ਛਡਾ ਦਿੱਤਾ। ਉਹ ਕਹਿੰਦਾ ਤੁਹਾਨੂੰ ਖਤਨਾ ਕਰਨ ਦੀ ਲੋੜ ਨਹੀਂ। ਉਹ ਕਹਿੰਦਾ ਜੇ ਤੁਸੀਂ ਅੱਛੇ ਅਮਲ ਕਰੋ ਤੇ ਤੁਸੀਂ ਵੀ ਮਖਤੂਨ ਹੋ, ਤੇ ਜੇ ਖਤਨਾ ਕਰਾ ਕੇ ਲੋਕ ਭੈੜੇ ਅਮਲ ਕਰਨ ਤੇ ਉਹ ਵੀ ਨਾ ਮਖਤੂਨ ਨੇ। ਉਹਨੇ ਤੇ ਸ਼ਰੀਅਤ ਦੀ ਐਨ ਗਹਿਣ ਕਰ ਦਿੱਤੀ ਸੀ ਫੜ ਕੇ। ਤੁਸੀਂ ਹੁਣ ਮਸੀਆਨਿਕ ਜਿਊ ਬਣ ਕੇ ਪੌਲੁਸ ਨੂੰ ਵੀ ਲਪੇਟੀ ਜਾਂਦੇ ਹੋ ਤੇ ਸ਼ਰੀਅਤ ਨੂੰ ਵੀ ਖੜੀ ਜਾਂਦੇ ਹੋ। ਪੌਲੁਸ ਦੇ ਹੁੰਦਿਆਂ ਸ਼ਰੀਅਤ ਨਹੀਂ ਰਹਿ ਸਕਦੀ, ਜਾਂ ਉਹਨੂੰ ਛੱਡੋ ਜਾਂ ਸ਼ਰੀਅਤ ਨੂੰ ਫੜੋ। ਤੇ ਬਹਰਹਾਲ ਤੁਹਾਨੂੰ ਹਵਾਲਾ ਦੇ ਦਿੱਤਾ ਡਿਊਟਰੋਨੋਮੀ ਦੀ ਕਿਤਾਬ 21:23। ਠੀਕ ਹੈ। ਤੇ ਲਾਹਨਤੀ ਦਾ ਤੁਹਾਨੂੰ ਜਵਾਬ ਦੇ ਦਿੱਤਾ। ਜਿਹੜਾ ਮੈਥਿਊ ਦਾ ਹਵਾਲਾ ਹੈ ਉਹ ਰੂਹੁਲ ਕੁਦਸ ਨੇ ਤੁਹਾਡੇ ਨਾਲ ਗੱਪ ਮਾਰੀ ਹੈ। ਉੱਥੇ ਲਾਹਨਤ ਦਾ ਜ਼ਿਕਰ ਹੀ ਨਹੀਂ, ਉੱਥੇ ਬਲਾਸਫੇਮਸ ਲਫ਼ਜ਼ ਲਿਖਿਆ। ਬਲਾਸਫੇਮ ਕਰਦੇ ਸਨ ਉਹਨੂੰ ਪਏ। ਤੇ ਬਲਾਸਫੇਮ ਦਾ ਮਤਲਬ ਹੁੰਦਾ ਕੁਝ ਵੀ ਬੁਰਾ ਭਲਾ ਕਹਿਣਾ, ਉਹਦਾ ਮਤਲਬ ਲਾਹਨਤ ਨਹੀਂ ਹੁੰਦਾ। ਲਾਹਨਤ ਦਾ ਕਾਟਾਰਾ ਜਿਹੜਾ ਨਾ ਕਾਟਾਰਾ ਉਹਦਾ ਲਫ਼ਜ਼ ਹੈ, 2671 ਲਫ਼ਜ਼ ਹੈ ਜਿਹੜਾ ਸਟਰੋਂਗਸ ਗ੍ਰੀਕ ਦੇ ਵਿੱਚ। ਉਹ ਜਾ ਕੇ ਵੇਖ ਲਓ, ਉਹਦੇ ਕਈ ਰੈਫਰੈਂਸ ਨੇ। ਗਲੀਤੀਓ 3:10, ਗਲੀਤੀਓ 3:13, ਹੈਬਰੀਓ 6:8, ਜੇਮਸ 3:10 ਤੇ 2 ਪੀਟਰ 2:14 ਚ ਕਾਟਾਰਾ ਲਫ਼ਜ਼ ਇਸਤੇਮਾਲ ਹੋਇਆ। ਇਹਨਾਂ ਸਾਰੀਆਂ ਜਗ੍ਹਾ ਤੇ ਇਹਦਾ ਮਤਲਬ ਲਾਹਨਤ ਹੈ। ਤੇ ਉਹ ਬਲਾਸਫੇਮਸ ਲਫ਼ਜ਼ ਉੱਥੇ ਇਸਤੇਮਾਲ ਹੋਇਆ। ਮਤੀ ਦਾ ਜਿਹੜਾ ਹਵਾਲਾ ਤੁਸੀਂ
ਤੁਹਾਨੂੰ ਰੂਹੁਲ ਕੁਦਸ ਨੇ ਗੱਪ ਸੁਣਾਈ, ਅਸਲ 'ਚ ਸ਼ੈਤਾਨ ਨੇ, ਤੇ ਉਹਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ। ਤੇ ਇਹ ਸੋਚ ਕੇ ਤੁਸੀਂ ਆਉਣਾ ਆਂਦਾ ਤੋਂ ਕਿ ਜਾਂ ਆਪਣੀਆਂ ਸਟਰੀਮਾਂ ਤੇ ਜਵਾਬ ਦਿਓ। ਇੰਨੀ ਬਕਵਾਸ ਇਹ ਕਰਦੇ ਨੇ ਆਪਣੀਆਂ ਸਟਰੀਮਾਂ ਤੇ ਬਹਿ ਕੇ ਇਸਲਾਮ ਦੇ ਬਾਰੇ 'ਚ ਤੇ ਮਸੀਹ ਮਊਦ ਅਲੈਹਿਸਸਲਾਮ ਤੇ ਅਹਿਮਦੀਅਤ ਦੇ ਬਾਰੇ 'ਚ। ਕੁੱਤੇ ਅੰਗਰਾਂ ਦਿਨ ਰਾਤ ਉੱਥੇ ਭੌਂਕ ਰਹੇ ਹੁੰਦੇ ਨੇ ਤੇ ਸਾਨੂੰ ਆ ਕੇ ਦੱਸਦੇ ਨੇ ਵੀ ਤੁਸੀਂ ਜੀ ਨਾ ਗੱਲ ਨਾ ਕਰੋ, ਤੁਸੀਂ ਚੁੱਪ ਰਹੋ। ਕਿਉਂ ਬਈ? ਤੁਹਾਡੇ ਪਿਓ ਦਾ ਮਾਲ ਹੈ, ਕੋਈ ਬਦਮਾਸ਼ੀ ਲਾਈ ਹੈ ਤੁਸੀਂ ਕਿ ਤੁਸੀਂ ਬਕਵਾਸ ਦਿਨ ਰਾਤ ਕਰਦੇ ਰਹੋ ਤੇ ਅਸੀਂ ਤੁਹਾਡੀਆਂ ਕਿਤਾਬਾਂ ਵੀ ਨਾ ਪੜ੍ਹ ਕੇ ਸੁਣਾਈਏ? ਅਸੀਂ ਤੇ ਤੁਹਾਨੂੰ ਹਵਾਲਾ ਪੜ੍ਹ ਕੇ ਸੁਣਾਇਆ। ਪੌਲੁਸ ਕਹਿੰਦਾ ਹੈ ਕਿ ਉਹ ਲਾਨਤੀ ਹੋ ਗਿਆ ਕਿਉਂਕਿ ਲਿਖਿਆ ਜਿਹੜਾ ਲੱਕੜੀ ਤੇ ਲਟਕਾਇਆ ਗਿਆ ਉਹ ਲਾਨਤੀ ਹੈ। ਠੀਕ ਹੈ, ਪੌਲੁਸ ਉਹਨੂੰ ਲਾਨਤੀ ਕਹਿੰਦਾ ਪਿਆ, ਤੇ ਜੇ ਅਸੀਂ ਹਵਾਲਾ ਪੜ੍ਹਨੇ ਆ ਤੇ ਅਸੀਂ ਕੋਈ ਗੁਨਾਹ ਪੈ ਕਰਨੇ ਆ ਤੇ ਪੌਲੁਸ ਜਿਹੜਾ ਉਹਨੂੰ ਸਵਾਬ ਮਿਲ ਗਿਆ। ਪੌਲੁਸ ਲਾਨਤੀ ਕਵੇ ਤੇ ਉਹ ਖੁਦਾ ਦਾ ਕਲਾਮ ਬਣ ਜਾਂਦਾ। ਅਸੀਂ ਕਹੀਏ ਪੌਲੁਸ ਨੇ ਕਿਹਾ ਉਹ ਲਾਨਤੀ ਹੈ ਤੇ ਉਹ ਕੀ ਉਹ ਬਲਾਸਫੇਮੀ ਬਣ ਜਾਂਦੀ ਹੈ। ਬਹਰਾਲ ਤੇ ਬਾਕੀ ਪਤਰਸ ਦਾ ਵੀ ਤੁਹਾਨੂੰ ਦੱਸਿਆ ਕਿ ਪਤਰਸ ਨੇ ਵੀ ਕਈ ਵਾਰੀ ਕਿਹਾ ਉਹ ਲਾਨਤੀ, ਤੇ ਉਹਨੂੰ ਤੁਸੀਂ 11 ਹਵਾਰੀਆਂ ਦੇ ਵਿੱਚ ਮੰਨਦੇ ਹੋ ਕਿ 12 ਤਖਤ ਅਸਮਾਨ ਤੋਂ ਉਤਰੇ। ਉਹ ਕਾਹਦੇ ਵਾਸਤੇ ਉਤਰੇ ਹਨ? ਜਦੋਂ ਲਾਨਤਾ ਭੇਜਦਾ ਸੀ ਉਹਦੇ ਤੇ ਪਿਆ, ਉਦੋਂ ਤਖਤ ਉਹਦੇ ਵਾਸਤੇ ਉਤਰੇ। ਸਾਡੇ ਵਾਸਤੇ ਵੀ ਲਾਇਆ ਉਹ ਇੱਕ ਤਖਤ, ਜਿਹੜਾ ਲਾਨਤੀ ਕਹੀ ਜਾਏ ਉਹਨੂੰ ਤਖਤ ਦੇਈ ਜਾਓ। ਅੱਲਾਹ ਅੱਲਾਹ ਤੇ ਖੈਰ ਸਲਾਹ। ਹਾਂਜੀ ਕਰੋ ਜੀ ਗੱਲ। वैसे मीर साहब, मैंने ये बात नोट की, आज आपने इंग्लिश बोली तो बहुत सारे ईसाई बाहर निकल के आ गए, ये क्या वजह? बहुत सारे आ गए सन के टुर गए सन किधर? और सारे ईसाई, मैंने इतने सारे ईसाई इंग्लिश आपकी बोलने की वजह से वो इंग्लिश समझते मेरे ख्याल में। नहीं नहीं, ये सिर्फ जुतियां समझते ने, और कख नहीं समझते। नहीं, यार ये दी जो जुबान नहीं समझते। नून जो है ना, इसको कभी भी ऊपर नहीं लेना चाहिए, पता नहीं किसी लिए। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਇਹਨਾਂ ਦੀ ਔਕਾਤ ਜਿਹੜਿਆਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਲੱਗ ਜਾਂਦੀ ਹੈ ਕਿ ਇਹ ਕ੍ਰਿਸ਼ਨਾ ਦੀ ਅਸਲ ਔਕਾਤ ਹੈ। ਇਹਨਾਂ ਦੇ ਮੂੰਹ ਤੇ ਜੁੱਤੀਆਂ ਮਾਰੋ। ਮੈਂ ਵੇਖਣਾ ਨਾ ਦੂਸਰਾ ਸਹੀ ਜਿਹੜਾ ਇਹੀ ਨੂਨ ਜਿਹੜਾ ਉਹਨੂੰ ਜਾ ਕੇ ਮਾਰਦਾ ਜੁੱਤੀਆਂ ਕਿ ਨਹੀਂ, ਕਿ ਤੂੰ ਕੀ ਬਕਵਾਸ ਉੱਤੇ ਬਹਿ ਕੇ ਕਰਨਾ ਹੈ ਪਿਆ। ਆਪ ਜੋ ਮਰਜ਼ੀ ਬਕਵਾਸ ਹੈ ਮੂੰਹ ਚੋਂ ਕੱਢਦੇ ਫਿਰਦੇ ਨੇ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਯਿਸੂ ਲੋਕਾਂ ਨੂੰ ਕਹਿੰਦਾ ਹੈ, ਜਿਹੜੇ ਗੈਰ ਕੌਮਾਂ ਦੀ ਇਬਰਾਨੀ ਔਰਤ ਆਈ ਉਹਨੂੰ ਕਹਿੰਦਾ ਕਿ ਆਪਣੀ ਰੋਟੀਆਂ ਕੁੱਤਿਆਂ ਦੇ ਅੱਗੇ ਨਾ ਪਾਓ ਤੇ ਆਪਣੇ ਮੋਤੀ ਸੂਰਾਂ ਅੱਗੇ ਨਾ ਸੁੱਟੋ। ਯਿਸੂ ਤੇ ਲੋਕਾਂ ਨੂੰ ਕੁੱਤੇ ਤੇ ਸੂਰ ਕਹਿੰਦਾ ਫਿਰਦਾ ਹੈ। ਉਹਨੂੰ ਨਾ ਤਮੀਜ਼ ਸਿਖਾਈ ਤੁਸੀਂ। ਤੇ ਜਦੋਂ ਅਗਲਾ ਕੋਈ ਤੁਹਾਨੂੰ ਕੁੱਤਾ ਤੇ ਸੂਰ ਬਣਾਉਂਦਾ ਹੈ ਤੇ ਫਿਰ ਤੁਸੀਂ, ਤੁਹਾਨੂੰ ਤਾਂ ਯਿਸੂ ਕੁੱਤਾ ਤੇ ਸੂਰ ਕਹਿ ਕੇ ਗਿਆ ਹੈ, ਕਿਉਂਕਿ ਉਹ ਕਹਿੰਦਾ ਸੀ ਇਬਰਾਨੀਆਂ ਵਾਸਤੇ ਵੇ ਸਾਰਾ ਕੁਝ। ਖੁਦਾ ਇਬਰਾਨੀਆਂ ਦਾ, ਖੁਦਾ ਦਾ ਕਲਾਮ ਵੀ ਇਬਰਾਨੀਆਂ ਦਾ। ਗੈਰ ਇਬਰਾਨੀ ਔਰਤ ਜਿਹੜੀ ਉਹ ਆਈ ਹੈ ਮਦਦ ਮੰਗਣ ਆਪਣੀ ਬੇਟੀ ਵਾਸਤੇ, ਤੋਂ ਕਹਿੰਦਾ ਆਪਣੀਆਂ ਰੋਟੀਆਂ ਕੁੱਤਿਆਂ ਅੱਗੇ ਨਾ ਸੁੱਟੋ ਤੇ ਆਪਣੇ ਮੋਤੀ ਸੂਰਾਂ ਅੱਗੇ ਨਾ ਸੁੱਟੋ। ਉਹ ਜਦੋਂ ਉਹ ਕੋਲ ਨਿਸ਼ਾਨ ਮੰਗਦੇ ਨੇ ਤਾਂ ਕਹਿੰਦਾ ਜ਼ਨਾਕਾਰਾਂ ਦੀ ਨਸਲ ਮੇਰੇ ਕੋਲ ਨਿਸ਼ਾਨ ਮੰਗਦੇ ਨੇ। ਐਸੀ ਅੱਛੀ ਜ਼ੁਬਾਨ ਤਾਂ ਕੋਈ ਸਾਡੇ ਕੋ ਵੀ, ਅਸੀਂ ਤੁਹਾਨੂੰ ਕਹਿ ਲਈਏ ਤੇ ਫਿਰ ਤੁਹਾਨੂੰ ਕਾਹਦੀ ਤਕਲੀਫ? ਜੀ ਕਰੋਗਾ। जी अस्सलाम वालेकुम उर्फी भाई, अब्दुल भाई। जी अब्दुल भाई, अस्सलाम वालेकुम, क्या हाल है? कमल आते भाई भी अब्दुल भाई को बैठे मेरे को हैं, लगता है ऑटो माशाल्लाह मास्टर मीर कहता है साहब भी दावत पे बैठे गए हैं। हुए। जी आज जी अब्दुल भाई दावत पे गए हुए। ऑटो अब्दुल भाई मास्टर ने पौधा खबर लगा कर आए हैं आज माशाल्लाह से। जी आप भाई, हंस आपने रहे दावत खा ली? हैं। अस्सलाम वालेकुम रहमतुल्लाह। वालेकुम सलाम। मेरा सवाल है, किस चीज का पौधा ला के आए ना अब्दुल भाई? एक सेकंड भाई साहब। अहमदी मुसलमान की ये शान है कि वो किसी के मज़हब की तौहीन नहीं करता, और जब किसी के मज़हब की गलती दिखाता है तो उनकी मजहबी किताब से हवाला देता है जिसको वो मानते हैं, जिस पर वो ईमान रखते हैं। ये फ़र्क है एक अहमदी में और दूसरों में, चाहे वो क्रिश्चियन हो, चाहे वो सुन्नी हो, वाबी हो, शिया हो, कोई भी हो। हम जब बात करते हैं अगर हवाला ना हो तो बात ही नहीं करते। मैंने एक बार बात की थी हवाले के बगैर, तो मुझे मीर सलीम साहब ने कहा था इसका हवाला दो। मैं शर्मिंदा हुआ था। बात यह है कि हमें ये ट्रेनिंग दी जाती है कि तुमने किसी भी मज़हब की कोई गलती उसके सामने पेश करनी है तो हवाले के बगैर नहीं करनी। चुनांचे हमने सीखा है, और मीर अब्दुल लतीफ़ साहब ने जितनी भी बात की थी, हवाला बार बार उनकी बाइबल से दे रहे थे, और वो आगे से उसको मान नहीं रहा था। और कभी कहता है जी मैं गाड़ी चला रहा हूँ, कभी कहता है मैं बेटी को लेकर के जा रहा हूँ। फिर हवाला दे भी दिया, और वो भी वो नहीं दिया जो वो मांग रहे थे, और अपनी तरफ से गढ़ा हुआ तर्जमा वो पेश कर रहा है, जबकि पुलिस खुद कह रहा है कि वो हमारे लिए लकड़ी पे मारा गया और लानती हुआ। तो बहरहाल हम तो हज़रत ईसा अलैहिस्सलाम को अल्लाह ताला का एक सच्चा नबी मानते हैं, सच्चा रसूल मानते हैं, और कुरान करीम उनको ये दुनियावी लानतों से पाक करार देता है। उनकी माँ के ऊपर भी यहूदी मौलवी इल्ज़ाम लगाते थे, नहायत ही गंदा और नापाक इल्ज़ाम लगाते थे।
ہم ان کی ماں کو بھی پاکیزہ اور سچی عورت مانتے ہیں۔ قرآن پاک میں اللہ تعالیٰ نے خود فرمایا ہے وہ امہ صدیقہ، اور اس کی ماں سچی تھی۔ یسوع جو ہے وہ بھی یعنی عیسیٰ علیہ الصلوۃ والسلام اللہ تعالیٰ کے سچے رسول تھے، سچے نبی تھے۔ ہم ان کا تہہ دل سے احترام کرتے ہیں، ان کی والدہ کا بھی۔ ان کی ماں کے نام پر تو پوری سورت ہے قرآن پاک میں، سورہ مریم۔ اس کا مطلب کیا ہے؟ اس کا مطلب یہ ہے کہ اسلام حضرت عیسیٰ علیہ الصلوۃ والسلام کو اور ان کی والدہ کو مقدس اور پاک باز قرار دیتا ہے، لیکن ان کی بائبل ان کے اوپر الزامات لگاتی ہے، پولس الزامات لگاتا ہے۔ ہم اپنی طرف سے کچھ ہم ان کی غلطیاں ان پر عیاں کرتے ہیں، ان پر کھولتے ہیں کہ بھائی یہ دیکھو یہ غلطیاں ہیں۔ تو اس کا یہ مطلب نہیں کہ ہم توہین کر رہے ہیں، یہ غلط کہتے ہیں جب کہتے ہیں کہ احمدی نعوذ باللہ کسی کے مذہب کی توہین کرتا ہے۔ احمدی تو ان کی اپنی کتابوں سے حوالے دیتا ہے، جس کتاب کو وہ اپنی آسمانی کتاب مانتے ہیں۔ میں اتنی سی بات کرنا چاہتا تھا، شکریہ۔ جی عبدل بھائی السلام علیکم۔ وعلیکم السلام۔ جو ان کا کفارے کا عقیدہ ہے جی، وہ ایسی موت پہ منحصر نہیں ہے، اگر وہ نہیں ہے تو پھر کفارہ کیسے ہوا تھا ان کا پھر؟ وہ کہاں کہتے ہیں، یہ خود مانتے ہیں کہ صلیب پر ہماری خاطر چڑھ کے جان دے، ہماری خاطر مرا، جی تو ہماری وہ خاطر مرا۔ پاپ ان کے تبھی دھلے کہ انہوں نے اپنے سر لے لیے ان کے سارے پاپ، تو وہ پھر اس کا کیا مطلب ہے؟ وہی مطلب ہے جو جس کو یہ لعنتی موت قرار دیتے ہیں خود بھی، جی کہ بالکل ہماری ایسے ہی ہے، خاطر صلیب پہ چڑھا اور لعنتی موت مرا تاکہ ہمارے گناہوں کا کفارہ ادا ہو جائے۔ کفارہ ادا ہو، جی، جزاک اللہ۔ جی بالکل ایسے ہی ہے۔ تو اس کا یہ مطلب نہیں کہ ہم جب یہ باتیں ان کو بتاتے ہیں کہ آپ کے عقائد میں یہ غلطیاں ہیں، تو اس کا یہ مطلب نہیں کہ ہم ان کے مذہب کی توہین کرتے ہیں۔ ہمیں یہ سکھایا ہی نہیں گیا۔ ہمیں سکھایا گیا ہر ایک کے مذہب کا اور حق ہر ایک انسان کا احترام کرو، محبت سے، پیار سے اس کو سمجھاؤ اور اس کی کتاب سے دلیل دو۔ ہم یہی تو کر رہے ہیں۔ دوسرا یہ ہے کہ جو بھی جتنی بھی دینی کتابیں، مذہبی کتابیں ہیں، وہ والے مذہب والے اس کے ٹھیکیدار نہیں ہو جاتے، یہ سب کے لیے ہوتی ہیں، پڑھنے کے لیے ہوتی ہے، ہدایت کی غرض سے ہوتی ہے۔ آگے تم ڈکٹیٹرشپ نہیں کر سکتے کہ جی ہے ایسی پڑھیں گے تو تسی اپنی پڑھو، نہیں تو پھر قرآن پاک میں بھی ہم کر سکتے ہیں تو یہ کر سکتے ہیں تو وہ کر، یہ تو دھمکیاں سیدھی سیدھی۔ آپ اپنی بات کرو، اس کی دلیل دو، آپ ایک ہیلدی وے میں کانورسیشن کرو۔ آپ تو پرووکنگ کر رہے ہو، دوسرے لوگوں کو یہ سمجھانے کی کوشش کر رہے ہو کہ جی یہ ہماری کرتے ہیں تو آپ بھی ان کی کرو، پھر یہ تو کوئی بات نہ ہوئی۔ تم کو بات وہی میسج تو خود ایسا دے کر گئے ہو، ایک اور فضول باتیں بات ہے کر جی، رہے تھے۔ جی ایک اور بات ہے کہ اگر کسی بھی کرسچن کو قرآن کریم کی کسی بھی آیت پر اعتراض ہے تو وہ آئے ہمارے سامنے پیش کرے، اس سوال کو پیش کرنے کے بعد اپنا مائک میوٹ کر لے، اس کا جواب لے تسلی کے ساتھ۔ پھر نہیں سمجھ آتی پھر سوال کرے، پھر مائک کو میوٹ کرے۔ جس طرح یہ کرتے ہیں نا کہ دونوں طرف سے بولتا ہی جا رہا ہے، بولتا وہ میر صاحب کہتے ہیں سنو میں جواب دیتا ہوں، تم نے سوال کر لیا ہے میں جواب دیتا ہوں، آگے سے چپ ہی نہیں کر رہا۔ تو اس طرح تو نہیں ہوتا نا۔ ان کی براڈوں میں ایسے ہی ہوتا ہے نا، وہ ادھر کے اصل میں ہیلے بات ہیں، یہ ہے، مسئلہ یہ ہے۔ بات یہ ہے کہ اگر آپ نے کرنی ہے ڈیبیٹ، کیا اس کو کہتے ہیں، مناظرہ وغیرہ، تو اس کے لیے پہلے ٹائم فکس ہوتا ہے، شرائط فکس ہوتی ہیں، پھر مناظرہ شروع ہوتا ہے۔ اس طرح نہیں کہ دونوں طرف سے بولتے جاؤ، نہ ان کی آپ کو سمجھ آ رہی ہے نہ آپ کی ان کو آ رہی ہے، یہ تو کوئی طریقہ نہیں۔ قرآن اب وہ کریم بیٹھے کے بیٹھے اوپر میر صاحب پہ انہوں نے جی ایک اور بات بات کریں ہے جی، عبداللہ۔ میں یہ بات جی بتا دوں کہ جتنے بھی سنی، وہابی، شیعہ، بریلوی، دیوبندی ہیں، ان میں سے کوئی بھی کرسچنوں کو جواب نہیں دے سکتا جب وہ قرآن کریم پر اعتراض کرتے ہیں یا حضرت اقدس محمد مصطفیٰ صلی اللہ علیہ وسلم